ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵੱਗਿਆ ਪਰਮੇਸ਼ਰ ਹੈ। ਸਾਨੂੰ ਆਪਣੇ ਪ੍ਰੇਮ ਦੇ ਵਿੱਚ ਲੈ ਕੇ ਚੱਲਦਾ ਹੈ ਅਤੇ ਆਪਣੀ ਭਲਾਈ ਸਾਡੇ ਜੀਵਨ ਵਿੱਚ ਪ੍ਰਗਟ ਕਰਦਾ ਹੈ ਕਿ ਅਸੀਂ ਉਸ ਦੇ ਨਾਲ ਤੇਰੇ ਨਾਮ ਨੂੰ ਧੰਨਵਾਦ ਦਿੰਦੇ ਹੋਏ ਤੇਰੀ ਮਹਿਮਾ ਦੇ ਵਿੱਚ ਅੱਗੇ ਵਧਦੇ ਜਾਈਏ ਔਰ ਤੇਰਾ ਹੀ ਨਾਮ ਉੱਚਾ ਕਰੀਏ। ਅੱਜ ਦੇ ਦਿਨ ਦੇ ਵਚਨ ਨੂੰ, ਅੱਜ ਦੇ ਦਿਨ ਦੀ ਪਰਮੇਸ਼ਰ ਪਿਤਾ ਸਿੱਖਿਆ ਨੂੰ ਔਰ ਅੱਜ ਦੇ ਦਿਨ ਦੀ ਬਰਕਤ ਨੂੰ ਜੋ ਤੂੰ ਸਾਨੂੰ ਆਪਣੇ ਵਚਨ ਦੇ ਰਾਹੀਂ ਦੇਣ ਜਾ ਰਿਹਾ, ਉਸ ਨੂੰ ਸਿੱਖਣ ਦੇ ਲਈ, ਸਮਝਣ ਦੇ ਲਈ ਅਤੇ ਉਸ ਦੇ ਅਨੁਸਾਰ ਚੱਲਣ ਦੇ ਲਈ ਸਾਡੀ ਮਦਦ ਕਰੀ। ਤੇਰਾ ਆਉਣਾ ਤੇਰੇ ਵਚਨ ਦੇ ਨਾਲ ਸਾਡੇ ਜੀਵਨ ਦੇ ਵਿੱਚ ਤੇਰੀ ਆਮਦ ਦੇ ਵਿੱਚ ਸ਼ਰੀਕ ਹੋਣਾ ਹੋਵੇ। ਅਜਿਹਾ ਹੋਣ ਦੇ ਲਈ ਮਦਦ ਕਰ। ਇਸ ਵਚਨ ਨੂੰ ਔਰ ਸੁਣਨ ਵਾਲਿਆਂ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਵਚਨ ਦਾ ਜੋ ਮੈਂ ਭਾਗ ਲਿਆ ਹੈ ਉਹ ਲਿਆ ਹੈ ਦੂਸਰਾ ਕਰੰਥੀਆਂ 9 ਅਧਿਆਏ ਉਸ ਦੇ 7 ਆਇਤ ਦੇ ਵਿੱਚੋਂ ਮੈਂ ਲਿਆ ਹੈ। ਪਿਛਲੇ ਕੱਲ ਅਸੀਂ ਦੇਖਿਆ ਸੀ ਮਦਦ ਕਰਨ ਦਾ ਪ੍ਰਤੀਫਲ, ਤੇ ਅੱਜ ਕੁਝ ਅਜਿਹਾ ਹੀ ਅਸੀਂ ਦੇਖਣ ਜਾ ਰਹੇ ਹਾਂ ਜਿਹੜਾ ਇਸ ਵਚਨ ਦੇ ਵਿੱਚ ਸਾਨੂੰ ਮਿਲਦਾ ਹੈ। ਦੂਸਰਾ ਕਰੰਥੀਆਂ 9 ਅਧਿਆਏ ਉਸ ਦੀ 7 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਾਚਾਰੀ ਨਾਲ ਨਹੀਂ, ਕਿਉਂ ਜੋ ਪਰਮੇਸ਼ਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ। ਅੱਜ ਦਾ ਜਿਹੜਾ ਮੇਰਾ ਸਬਜੈਕਟ ਹੈ, ਵਿਸ਼ਾ ਹੈ, ਵਿਸ਼ਵਾਸੀ ਨੂੰ ਦਾਨ ਕਿਵੇਂ ਦੇਣਾ ਚਾਹੀਦਾ ਹੈ। ਵਿਸ਼ਵਾਸੀ ਨੂੰ ਦਾਨ ਕਿਵੇਂ ਦੇਣਾ ਚਾਹੀਦਾ ਹੈ। ਜਦੋਂ ਮੈਂ ਇਹ ਵਚਨ ਪੜ੍ਹ ਰਿਹਾ ਸਾਂ ਤਾਂ ਇਸ ਵਚਨ ਦੇ ਵਿੱਚੋਂ ਮੈਨੂੰ ਪਰਮੇਸ਼ਵਰ ਨੂੰ ਦੇਣ ਦਾ ਇੱਕ ਵਿਸ਼ਾ, ਇੱਕ ਸਬਜੈਕਟ ਮਿਲਿਆ ਤੇ ਮੈਂ ਉਸ ਦੇ ਉੱਤੇ ਮਨਨ ਕਰਨਾ ਸ਼ੁਰੂ ਕੀਤਾ। ਪਰਮੇਸ਼ਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ ਔਰ ਪਰਮੇਸ਼ਰ ਜਿਹੜਾ ਉਸ ਨੂੰ ਖੁਸ਼ੀ ਨਾਲ ਦਿੰਦਾ ਹੈ ਉਸ ਤੋਂ ਖੁਸ਼ ਹੁੰਦਾ ਹੈ। ਅਸੀਂ ਦੇਖਦੇ ਹਾਂ ਕਿ ਸ਼ਬਦ ਜਿਹੜਾ ਅਨੁਵਾਦ ਕੀਤਾ ਗਿਆ ਹੈ ਖੁਸ਼ੀ ਨਾਲ, ਇਹ ਯੂਨਾਨੀ ਦੇ ਵਿੱਚ ਹਿਲੋਰਸ ਸ਼ਬਦ ਕਰਕੇ ਇਸਤੇਮਾਲ ਕੀਤਾ ਗਿਆ ਹੈ ਔਰ ਕੁੱਦਣ ਅਤੇ ਹੱਸਣ ਦੇ ਇੱਕ ਉੱਚੇ ਅਤੇ ਕਾਬੂ ਤੋਂ ਬਾਹਰ ਪ੍ਰਗਟਾ ਦਾ ਹਵਾਲਾ ਨਹੀਂ ਦਿੰਦਾ, ਪਰ ਇਸ ਦੀ ਬਜਾਏ ਇਸ ਦਾ ਅਰਥ ਅਸੀਂ ਅੰਦਰੂਨੀ ਆਨੰਦ, ਖੁਸ਼ੀ ਅਤੇ ਭਰਪੂਰੀ ਦੀ ਵੱਡੀ ਸਮਝ ਦਾ ਅਨੁਭਵ ਕਰਦੇ ਹਾਂ ਜੋ ਸੰਜੀਦਾ ਅਤੇ ਦਿਆਲੂ ਭੇਟ ਦੇਣ ਦੇ ਨਾਲ ਆਉਂਦੀ ਹੈ। ਇਸ ਵਚਨ 'ਚ ਲਿਖਿਆ ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਹੈ। ਸਾਡੇ ਵਿੱਚ ਇਸ ਦੇਣ ਦੇ ਬਾਰੇ ਬਹੁਤ ਘੱਟ ਲੋਕ ਹੈ ਜਿਹੜੇ ਸਹੀ ਤਰੀਕੇ ਦੇ ਨਾਲ ਦਿੰਦੇ ਆ ਜਾਂ ਦੇਣਾ ਜਾਣਦੇ ਆ। ਉਹਨਾਂ ਨੂੰ ਪਤਾ ਨਹੀਂ ਕਿ ਅਸੀਂ ਕਿਵੇਂ ਦੇਣਾ ਹੈ ਅਤੇ ਕਿੱਥੇ ਦੇਣਾ ਹੈ ਅਤੇ ਕਿਸ ਤਰ੍ਹਾਂ ਦੇਣਾ ਹੈ। ਬਾਈਬਲ ਸਾਨੂੰ ਜਦੋਂ ਦੇਣ ਦੀ ਗੱਲ ਕਰਦੀ ਹੈ ਤਾਂ ਉਹ ਪਹਿਲੀ ਗੱਲ ਇਹ ਗੱਲ ਕਹਿੰਦੀ ਹੈ ਕਿ ਜੋ ਅਸੀਂ ਦਿਲ ਦੇ ਵਿੱਚ ਧਾਰ ਲਿਆ ਉਸ ਤਰ੍ਹਾਂ ਸਾਨੂੰ ਦੇਣਾ ਚਾਹੀਦਾ ਹੈ। ਅਸੀਂ ਧਾਰਦੇ ਤਾਂ ਬਹੁਤ ਸਾਰੇ, ਮੈਂ ਨਾਰਥ ਇੰਡੀਅਨ, ਸਾਊਥ ਇੰਡੀਅਨ ਦਾ ਤਾਂ ਮੈਨੂੰ ਇੰਨਾ ਪਤਾ ਨਹੀਂ, ਅਤੇ ਜਿਹੜੇ ਬਾਹਰ ਦੇ ਬੰਦੇ ਆ ਉਹਨਾਂ ਦੇ ਬਾਰੇ ਮੈਂ ਬਹੁਤ ਸਾਰੇ ਲੋਕਾਂ ਨੂੰ ਸੁਣਿਆ ਹੈ ਜਿਹੜੇ ਕਹਿੰਦੇ ਆ ਕਿ ਅਸੀਂ ਪ੍ਰਭੂ ਦੇ ਲਈ ਆਹ ਕਰਾਂਗੇ, ਅਸੀਂ ਪ੍ਰਭੂ ਨੂੰ ਇਸ ਤਰ੍ਹਾਂ ਦੇਵਾਂਗੇ, ਇਸ ਤਰ੍ਹਾਂ ਕਰਾਂਗੇ, ਇਸ ਤਰ੍ਹਾਂ ਕਰਾਂਗੇ, ਪਰ ਜਦੋਂ ਦੇਣ ਦੀ ਵਾਰੀ ਆਉਂਦੀ ਹੈ ਤਾਂ ਦਿੰਦੇ ਨਹੀਂ। ਕਹਿੰਦੇ ਉਹ ਮਜਬੂਰੀ ਆ। ਮਜਬੂਰੀ ਸ਼ਬਦ ਬਾਈਬਲ ਦੇ ਵਿੱਚ ਪਰਮੇਸ਼ਵਰ ਨੇ ਨਹੀਂ ਰੱਖਿਆ, ਨਾ ਪਰਮੇਸ਼ਵਰ ਨੇ ਸਾਨੂੰ ਮਜਬੂਰੀ ਦਿੱਤੀ ਹੈ। ਅਸੀਂ ਆਪ ਮਜਬੂਰ ਹੋ ਗਏ ਹਾਂ।
ਸਾਡੇ ਵਿੱਚ ਆਪ ਮਜਬੂਰੀ ਆਉਂਦੀ ਆ। ਪਰਮੇਸ਼ਰ ਤਾਂ ਸਾਨੂੰ ਸਭ ਕੁਝ ਵੇਲੇ ਸਿਰ ਦੇ ਰਿਹਾ। ਪਰਮੇਸ਼ਰ ਸਾਹ ਸਾਨੂੰ ਵੇਲੇ ਸਿਰ ਦੇ ਰਿਹਾ ਹੈ, ਉੱਠਣ ਦੀ ਸਮਰੱਥ ਵੇਲੇ ਸਿਰ ਦੇ ਰਿਹਾ ਹੈ, ਚੱਲਣ ਦੀ ਸਮਰੱਥ ਸਾਨੂੰ ਵੇਲੇ ਸਿਰ ਦੇ ਰਿਹਾ ਹੈ, ਬੋਲਣ ਦੀ ਸਮਰੱਥ ਸਾਨੂੰ ਵੇਲੇ ਸਿਰ ਦੇ ਰਿਹਾ ਹੈ, ਸੋਚਣ ਦੀ ਸਮਝ ਸਾਨੂੰ ਵੇਲੇ ਸਿਰ ਦੇ ਰਿਹਾ ਹੈ। ਹਰ ਇੱਕ ਚੀਜ਼ ਜੋ ਮਨੁੱਖੀ ਜੀਵਨ ਦੇ ਵਿੱਚ ਲੋੜੀਂਦੀ ਹੈ, ਬਲੱਡ ਦਾ ਕਿਰਿਆਸ਼ੀਲ ਹੋਣਾ ਔਰ ਪੂਰੀ ਬਾਡੀ ਦੇ ਵਿੱਚ ਚੱਲਣਾ ਫਿਰਨਾ, ਇਹ ਸਭ ਪਰਮੇਸ਼ਰ ਸਮੇਂ ਸਿਰ ਦੇ ਰਿਹਾ। ਅਸੀਂ ਕਿਉਂ ਨਹੀਂ ਦੇ ਰਹੇ? ਇੱਥੋਂ ਅਸੀਂ ਬਹੁਤ ਵੱਡੀ ਮਾਰ ਖਾ ਰਹੇ ਹਾਂ। ਜੋ ਅਸੀਂ ਤੱਕਿਆ ਹੈ, ਜੋ ਅਸੀਂ ਵਾਅਦੇ ਕਰਦੇ ਹਾਂ ਪਰਮੇਸ਼ਵਰ ਦੇ ਨਾਲ, ਜਦੋਂ ਅਸੀਂ ਉਹ ਵਾਅਦੇ ਨਹੀਂ ਕਰਦੇ ਹਾਂ, ਤਦ ਜੋ ਸਾਡੇ ਕੋਲ ਹੈ ਉਹ ਵੀ ਖੋਹ ਲਿਆ ਜਾਏਗਾ। ਪਰਮੇਸ਼ਵਰ ਦੇ ਵਚਨ ਦੇ ਵਿੱਚ ਮੈਂ ਇੱਕ ਚੀਜ਼ ਜ਼ਰੂਰ ਕਹਿਣਾ, ਜੇ ਤੁਸੀਂ ਮੰਨੋ ਤਾਂ ਤੁਸੀਂ ਅਜਿਹਾ ਮੰਨੋ ਕਿ ਮੈਂ ਕਰ ਰਿਹਾ ਹਾਂ। ਕਿਸੇ ਇੱਕ ਭਰਾ ਨੇ ਕਿਹਾ ਸਾਨੂੰ, ਮੈਂ ਆਪਣਾ ਜੇ ਮੇਰਾ ਕੰਮ ਸਾਰਾ ਕੁਝ ਸਹੀ ਹੋ ਗਿਆ ਤਾਂ ਮੈਂ ਪਾਰਟੀ ਦਿਆਂਗਾ, ਪ੍ਰਭੂ ਦੇ ਨਾਂ ਦੇ ਵਿੱਚ ਪ੍ਰਭੂ ਦੇ ਲੋਕਾਂ ਨੂੰ ਬੁਲਾ ਕੇ। ਹੁਣ ਅਸੀਂ ਕੀ ਦੇਖਦੇ ਆ ਕਿ ਉਹਨਾਂ ਦਾ ਸਮਾਂ ਪੂਰਾ ਹੋ ਜਾਂਦਾ ਹੈ। ਜਦੋਂ ਉਹਨਾਂ ਦਾ ਸਮਾਂ ਪੂਰਾ ਹੋ ਜਾਂਦਾ ਹੈ ਤਾਂ ਉਹ ਆਨਾਕਾਨੀ ਕਰਨਾ ਸ਼ੁਰੂ ਕਰ ਦਿੰਦੇ। ਟਾਈਮ ਨਹੀਂ ਹੈ ਠੀਕ, ਰਿਸ਼ਤੇਦਾਰ ਨਹੀਂ ਇਕੱਠੇ ਹੋ ਰਹੇ, ਜਾਂ ਬਹੁਤ ਸਾਰੇ ਬਹਾਨੇ ਜਿਹੜੇ ਹੈ ਉਹ ਸਾਡੇ ਮੂਹਰੇ ਆਣੇ ਸ਼ੁਰੂ ਹੋ ਜਾਂਦੇ ਆ ਤੇ ਅਸੀਂ ਉਹਨੂੰ ਕਰਦੇ। ਫਿਰ ਉਹ ਮੈਨੂੰ ਫੋਨ ਕਰਕੇ ਕਹਿੰਦੇ ਆ, ਬ੍ਰਦਰ ਅਸੀਂ ਜੇ ਟਾਈਮ ਚੇਂਜ ਕਰ ਲਈਏ। ਮੈਂ ਕਿਹਾ ਮੈਨੂੰ ਤਾਂ ਇਸ ਗੱਲ ਦਾ ਕੋਈ ਇਤਰਾਜ਼ ਨਹੀਂ, ਤੁਹਾਡੀ ਮਰਜ਼ੀ ਹੈ, ਤੁਸੀਂ ਕਿਹਾ ਹੈ, ਤੁਸੀਂ ਆਪਣੇ ਵੇਸ ਨਾਲ ਕਿਹਾ, ਮੈਨੂੰ ਇਸ ਦੇ ਨਾਲ ਕੋਈ ਇਤਰਾਜ਼ ਨਹੀਂ। ਜੇ ਤੁਸੀਂ ਕਰਨਾ ਚਾਹੁੰਦੇ ਕਰੋ। ਉਹਨਾਂ ਨੇ ਸਮਾਂ ਚੇਂਜ ਕੀਤਾ ਤੇ ਮੈਂ ਉਸੇ ਪ੍ਰਚਾਰ ਦੇ ਵਿੱਚ ਇੱਕ ਗੱਲ ਕਹਿ ਦਿੱਤੀ ਜਿਹੜੀ ਉਹਨਾਂ ਨੂੰ ਲੱਗੀ ਬੜੀ। ਮੈਂ ਕਿਹਾ ਦੇਖੋ, ਜੇ ਕਿਸੇ ਦਾ ਵਿਆਹ ਹੋਵੇ ਨਾ, ਭਾਈ ਦਾ ਵਿਆਹ ਹੋਵੇ, ਹੋਇਆ ਮੈਂ ਕਿਹਾ ਇਹਦਾ ਵਿਆਹ, ਇਹਨੂੰ ਪੁੱਛੋ ਇਹਨੇ ਆਪਣੇ ਵਿਆਹ ਦੀ ਡੇਟ ਚੇਂਜ ਕੀਤੀ ਹੈ ਜਾਂ ਨਹੀਂ। ਜੋ ਡਨ ਕਰ ਦਿੱਤਾ ਇਹਨੇ ਉੱਥੇ ਹੀ ਅੜਿਆ ਰਿਹਾ ਤੇ ਇਸ ਵਿਅਕਤੀ ਨੇ ਉਹ ਡੇਟ ਨਹੀਂ ਚੇਂਜ ਕੀਤੀ। ਤੇ ਜਦੋਂ ਪਰਮੇਸ਼ਵਰ ਦੇ ਕੰਮ ਦੀ ਵਾਰੀ ਆ ਗਈ ਨਾ ਤਾਂ ਇਹਨੇ ਕਈ ਕੁਝ ਚੇਂਜ ਕਰ ਦਿੱਤਾ। ਜੇ ਚੇਂਜ ਕੀਤਾ ਹੈ ਤਾਂ ਜਿੱਥੇ ਪਰਮੇਸ਼ਵਰ ਨੇ ਇਹਨੂੰ ਬਰਕਤ ਦਿੱਤੀ ਉੱਥੋਂ ਇਹ ਗਿਰਿਆ ਵੀ ਆ। ਪੁੱਛ ਕੇ ਦੇਖ ਲਓ। ਬਹੁਤ ਜ਼ਿਆਦਾ ਸ਼ਰਮਿੰਦਾ ਹੋਇਆ। ਬਾਈਬਲ ਦੇ ਵਿੱਚ ਲਿਖਿਆ ਹੈ, ਜੋ ਤੁਸੀਂ ਦਿਲ ਦੇ ਵਿੱਚ ਧਾਰਿਆ ਉਹ ਕਰ ਦਿਓ, ਡਰੋ ਨਾ। ਉਹਦੇ ਮੁਤਾਬਕ ਸਾਨੂੰ ਕਰਨਾ ਚਾਹੀਦਾ ਹੈ। ਜੇ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਹਾਂ ਤਾਂ ਅਸੀਂ ਬੜੇ ਗਲਤ ਹਾਂ। ਬਾਈਬਲ ਦੇ ਵਿੱਚ ਲਿਖਿਆ ਹੈ, ਜਦੋਂ ਅਸੀਂ ਦੇਣਾ ਹੈ ਤਾਂ ਸਾਨੂੰ ਖੁਸ਼ੀ ਨਾਲ ਦੇਣਾ ਚਾਹੀਦਾ ਹੈ, ਔਰ ਪਰਮੇਸ਼ਵਰ ਨੂੰ ਖਾਸ ਕਰਕੇ ਖੁਸ਼ੀ ਨਾਲ ਦੇਣਾ ਚਾਹੀਦਾ। ਸਭ ਤੋਂ ਪਹਿਲੀ ਗੱਲ ਹੈ, ਪਰਮੇਸ਼ਵਰ ਨੂੰ ਦੇਣਾ ਹੈ ਤਾਂ ਖੁਸ਼ੀ ਨਾਲ ਦੇਣਾ ਹੈ, ਕੁੜ ਕੁੜ ਕੇ ਨਹੀਂ ਦੇਣਾ। ਮੈਂ ਆਪ ਦੇ ਨਾਲ ਕੁਝ ਵਚਨ ਪੜ੍ਹਨਾ ਚਾਹੁੰਦਾ ਹਾਂ। ਪਹਿਲਾਂ ਮੈਂ ਆਪ ਦੇ ਲਈ ਪੜ੍ਹਨਾ ਚਾਹੁੰਦਾ ਹਾਂ ਕੂਚ ਦੀ ਪੁਸਤਕ 25 ਅਧਿਆਇ ਉਸ ਦੀ 2 ਆਇਤ, ਜਿੱਥੇ ਪਰਮੇਸ਼ਰ ਨੇ ਇਸਰਾਈਲੀਆਂ ਨੂੰ ਦੇਣ ਦੀ ਗੱਲ ਕੀਤੀ ਹੈ। 25 ਅਧਿਆਇ ਉਸ ਦੀ 2 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ। ਇੱਥੇ ਲਿਖਿਆ ਹੈ, ਇਸਰਾਈਲੀਆਂ ਨੂੰ ਫਰਮਾ ਤਾਂ ਕਿ ਉਹ ਮੇਰੇ ਲਈ ਚੜਾਵਾ ਲਿਆਉਣ, ਹਰ ਇੱਕ ਮਨੁੱਖ ਤੋਂ ਜਿਹਦਾ ਮਨ ਉਹਨੂੰ ਪ੍ਰੇਰੇ, ਤੁਸੀਂ ਮੇਰਾ ਚੜਾਵਾ ਲਿਆਓ। ਜਿਹਦਾ ਮਨ ਪ੍ਰੇਰੇ। ਬਾਈਬਲ ਦੇ ਵਿੱਚ ਬੜੇ ਸ਼ਾਰਪ ਸ਼ਬਦ ਲਿਖੇ ਆ। ਜੇ
ਦਿਲ ਦੇ ਵਿੱਚ ਦੋਸ਼ ਧਾਰਿਆ, ਜੋ ਤੁਹਾਨੂੰ ਮਨ ਪ੍ਰੇਰ ਰਿਹਾ ਉਹ ਕਰੋ। ਉਹਦੇ ਵਿੱਚ ਆਨਾਕਾਨੀ ਨਾ ਕਰੋ। ਇੱਕ ਭੈਣ ਨੇ ਕਿਹਾ ਕਿ ਮੈਂ ਸੁਖਣਾ ਸੁਖੀ ਆ ਕਿ ਜੇ ਮੇਰਾ ਮੁੰਡਾ ਬਾਹਰ ਚਲਾ ਜਾਏ ਤਾਂ ਮੈਂ ਇਸ ਜਗ੍ਹਾ ਦੇ ਉੱਤੇ ਜੋ ਪ੍ਰਭੂ ਘਰ ਦੇ ਲਈ ਹੋਊਗਾ ਉਹ ਕਰੂੰਗੀ। ਮੁੰਡਾ ਬਾਹਰ ਚਲਾ ਗਿਆ, ਮੁੰਡਾ ਸੈਟਲ ਹੋ ਗਿਆ, ਮੁੰਡੇ ਦਾ ਵਿਆਹ ਹੋ ਗਿਆ, ਪਰ ਉਹ ਤੋਂ ਉਹ ਸ਼ਬਦ ਪੂਰਾ ਨਹੀਂ ਹੋਇਆ, ਉਹ ਵੀ ਪੂਰੀ ਹੋ ਗਈ। ਕਹਿਣ ਦਾ ਮਤਲਬ ਮੇਰਾ ਕੀ ਹੈ, ਜੋ ਮਨ ਦੇ ਵਿੱਚ ਅਸੀਂ ਪ੍ਰੇਰਿਆ ਪਰਮੇਸ਼ਰ ਦੇ ਲਈ ਕਰਨਾ, ਉਹਦੀ ਕਰਨ ਦੀ ਹਿੰਮਤ ਰੱਖੋ। ਅੱਜ ਵੀ ਉਸ ਭੈਣ ਦੇ ਬਾਰੇ ਬਹੁਤ ਸਾਰੇ ਲੋਕ ਮਤਲਬ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਗੱਲਾਂ ਕਰ ਰਹੇ ਆ। ਸਾਨੂੰ ਕਦੇ ਵੀ ਆਪਣੇ ਮਨ ਨੂੰ ਮੋੜਨਾ ਨਹੀਂ ਚਾਹੀਦਾ ਹੈ। ਜੇ ਸਾਨੂੰ ਪਰਮੇਸ਼ਰ ਨੇ ਸਾਡੇ ਦਿਲ ਦੇ ਵਿੱਚ ਕਹਿ ਦਿੱਤਾ ਹੈ ਕਿ ਮੈਂ ਉਸ ਭਾਈ ਦੇ ਲਈ, ਮੈਂ ਉਸ ਭੈਣ ਦੇ ਲਈ, ਜਾਂ ਮੈਂ ਪ੍ਰਭੂ ਦੇ ਘਰ ਦੇ ਲਈ ਕਰਨਾ ਹੈ ਤਾਂ ਕਰਨਾ ਹੈ। ਡਨ ਕਰ ਲਓ, ਉਹਨੂੰ ਮੋੜੋ ਨਾ। ਜੇ ਤੁਸੀਂ ਮੋੜਦੇ ਆ ਤਾਂ ਤੁਸੀਂ ਗਲਤ ਹੋ, ਫਿਰ ਤੁਸੀਂ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਚੋਰ ਹੋ। ਔਰ ਪਰਮੇਸ਼ਰ ਇੱਥੇ ਕਹਿੰਦਾ ਜੋ ਦਿਲ ਨੂੰ ਪ੍ਰੇਰਿਆ ਤੁਸੀਂ ਉਹ ਕਰੋ। ਉਸ ਤੋਂ ਬਾਅਦ ਜਦੋਂ ਵਿਵਸਥਾ ਸਾਰ ਦੀ ਪੁਸਤਕ 15 ਅਧਿਆਏ ਉਸ ਦੀ 11 ਆਇਤ ਨੂੰ ਪੜ੍ਹਦੇ ਹਾਂ, ਮੈਂ ਪਿੱਛੇ ਵੀ ਪੜ੍ਹ ਚੁੱਕਾ। ਕੰਗਾਲ ਤਾਂ ਦੇਸ਼ ਵਿੱਚ ਬੰਦ ਨਾ ਹੋਣਗੇ, ਇਸ ਕਾਰਨ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੀ ਮੁੱਠ ਆਪਣੇ ਭਰਾ ਵੱਲ, ਜਿਹੜਾ ਤੁਹਾਡੇ ਦੇਸ਼ ਵਿੱਚ ਲੋੜਵੰਦ ਅਤੇ ਕੰਗਾਲ ਹੋਵੇ, ਜ਼ਰੂਰ ਖੁੱਲੀ ਰੱਖੋ। ਜ਼ਰੂਰ ਖੁੱਲੀ ਰੱਖੋ, ਉਹਦੇ ਲਈ ਘੁੱਟ ਕੇ ਨਾ ਰੱਖੋ। ਨਹੀਂ, ਮੈਂ ਨਹੀਂ ਕਰ ਸਕਦਾ, ਮੈਂ ਕਰੂੰਗਾ ਨਹੀਂ। ਬਾਈਬਲ ਦੇ ਵਿੱਚ ਲਿਖਿਆ ਜੇ ਤੁਸੀਂ ਨਹੀਂ ਕਰੋਗੇ ਪਰਮੇਸ਼ਰ ਦੂਸਰੇ ਵਿਅਕਤੀ ਤੋਂ ਕਰਵਾਵੇਗਾ, ਪਰ ਤੁਹਾਡਾ ਜੋ ਫਲ ਹੈ, ਤੁਹਾਡਾ ਜੋ ਹਿੱਸਾ ਹੈ, ਉਹ ਖੋ ਕੇ ਉਹਨੂੰ ਦੇ ਦੇਵੇਗਾ। ਬਾਈਬਲ ਦੇ ਵਿੱਚ ਮੈਂ ਦੇਖਿਆ ਇਹ ਖੰਡ, ਇਸ ਤਰ੍ਹਾਂ ਦੀਆਂ ਗੱਲਾਂ ਵੇਖੀਆਂ। ਪਰ ਇਸ ਦੇ ਨਾਲ ਤੁਹਾਡੇ ਕੋਲੋਂ ਪਰਮੇਸ਼ਰ ਜੋ ਕੁਝ ਮੰਗੇ ਉਸ ਨੂੰ ਦੇਣ ਦੇ ਲਈ ਕੀ ਤੁਸੀਂ ਤਿਆਰ ਹੋ? ਜੇ ਉਹ ਤੁਹਾਡਾ ਸਮਾਂ ਮੰਗੇ ਤਾਂ ਉਹਨੂੰ ਦੇ ਦਿਓ। ਪਰਮੇਸ਼ਰ ਤੁਹਾਡੇ ਰੁਪਏ ਜਾਂ ਪੈਸੇ ਜਾਂ ਕਿਸੇ ਚੀਜ਼ ਦਾ ਭੁੱਖਾ ਨਹੀਂ ਹੈ। ਉਹ ਤੁਹਾਡੇ ਕੋਲੋਂ ਕੁਝ ਨਹੀਂ ਚਾਹੁੰਦਾ। ਮੈਂ ਇੱਕ ਵਚਨ ਪੜ੍ਹਨਾ ਚਾਹੁੰਦਾ ਹਾਂ, ਜ਼ਬੂਰ 50 ਉਸ ਦਾ 10 ਤੇ 12। दस तो 12 मैं आपके लिए पढ़ रहा। कहता क्यों जो जंगल दे सारे दरिंदे मेरे हन, नाले हजारा पहाड़ां दे डंगर, पहाड़ां दे सारे पंखेरुआं नूं मैं जानदा हां, और रड़ दे जानवर भी मेरे हन। मैं जे भुखा हुंदा तां तैनूं ना आखदा, क्यों जो जगत अते उस दी भरपूरी मेरी है। असी परमेश्वर नूं की दे सकदे? परमेश्वर नूं असी कुछ नहीं दे सकदे। सब कुछ परमेश्वर दा सानू दिता होया। मैं हुणे आप नूं दस्सिया परमेश्वर सानू दे रहा, पर असी परमेश्वर नूं की दे रहे? खुशी ना कुछ दे रहे। ओ जे समा मंगे समा दे रहे। ओ जे कहंदा मेरे लई, मेरे उस चुने होए दे लई तुसी आ चीज दिओ, आ मदद करो, तां असी कर रहे। असी मठ बंद करके रखी है। असी फिर की करते हैं? देण लग्या भी कई तरह के सवाल करते हैं। इस तरह नहीं। जदों परमेश्वर ने स्वर्ग तो अपना पुत्र दिता, उन्हें सवाल नहीं किए साडे नाल, तेरे पाप किदां दे है, तू किदां दा है, तू किदां करता, मैं नहीं दे सकता। इदां नहीं। बाइबल दे विच लिखिया है जदों देना है हर्ष दे नाल, खुशी दे नाल, आनंद दे नाल, तां परमेश्वर तुहानूं बरकत देवेगा। तां परमेश्वर तुहाडे जीवन दे विच अपनी आशीष नूं उंडेलेगा। मैं एक होर वचन पढ़ना चाहुंदा हां, दूसरा इतिहास, पहला इतिहास 19 का 14।
ਪਹਿਲਾ ਇਤਿਹਾਸ 29 ਦਾ 14 ਸੌਰੀ ਪਹਿਲਾ ਇਤਿਹਾਸ 29 ਦਾ 14 ਇੱਥੇ ਪਰਮੇਸ਼ਵਰ ਦਾ ਦਾਸ ਦਾਊਦ ਕਹਿ ਰਿਹਾ ਹੈ, ਪਰ ਮੈਂ ਕੌਣ ਅਤੇ ਮੇਰੀ ਪ੍ਰਜਾ ਕੌਣ ਜੋ ਅਸੀਂ ਇਸ ਪ੍ਰਕਾਰ ਮਨ ਦੇ ਪ੍ਰੇਮ ਨਾਲ ਭੇਂਟਾ ਚੜਾਉਣ ਦੀ ਸ਼ਕਤੀ ਰੱਖੀਏ, ਕਿਉਂ ਜੋ ਸਾਰੀਆਂ ਵਸਤਾਂ ਤੇਰੇ ਵੱਲੋਂ ਆਉਂਦੀਆਂ ਹਨ ਅਤੇ ਤੇਰੇ ਹੱਥ ਦੀ ਦਾਤ ਤੋਂ ਅਸੀਂ ਤੈਨੂੰ ਦਿੱਤਾ ਹੈ। ਅਸੀਂ ਪਰਮੇਸ਼ਵਰ ਦੇ ਦਿੱਤੇ ਹੋਏ ਵਿੱਚੋਂ ਦੇ ਰਹੇ ਹਾਂ, ਮੇਰਾ ਨਹੀਂ ਹੈ ਕੁਝ ਵੀ। ਜੋ ਕੁਝ ਵੀ ਅਸੀਂ ਕਮਾ ਰਹੇ ਹਾਂ, ਜੋ ਕੁਝ ਵੀ ਪਰਮੇਸ਼ਰ ਸਾਡੀ ਕਮਾਈ 'ਚ ਦੇ ਰਿਹਾ ਹੈ, ਉਹਦਾ ਦਿੱਤਾ ਅਸੀਂ ਉਹਨੂੰ ਦੇ ਰਹੇ ਹਾਂ। ਕਿੱਦਾਂ ਦੇ ਰਹੇ ਹਾਂ? ਭਲਾਈ ਕਰਨ ਦੇ ਲਈ, ਤਾਂ ਕਿ ਉਸ ਦੇ ਰਾਹੀਂ ਪਰਮੇਸ਼ਰ ਦੀ ਵਡਿਆਈ, ਪਰਮੇਸ਼ਰ ਦੀ ਉਸਤਤ ਹੋਵੇ। ਬਾਈਬਲ ਦੇ ਵਿੱਚ ਦੇਣ ਦੀ ਦੂਸਰੀ ਗੱਲ ਵੀ ਮੈਂ ਆਪ ਦੇ ਨਾਲ ਕਰਨੀ ਚਾਹੁੰਦਾ ਹਾਂ। ਜਦੋਂ ਅਸੀਂ ਮਤੀ ਦੀ ਅੰਜੀਲ ਉਸ ਦਾ 6 ਅਧਿਆਏ ਉਸ ਦੀ 14 ਆਇਤ ਨੂੰ ਪੜ੍ਹਦੇ ਹਾਂ, ਮੈਂ 6 ਅਧਿਆਏ ਦੀ 1 ਅਤੇ 2 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਖਬਰਦਾਰ, ਤੁਸੀਂ ਆਪਣੇ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਉਹਨਾਂ ਨੂੰ ਵਿਖਾਉਣ ਦੇ ਲਈ ਨਾ ਕਰੋ, ਨਹੀਂ ਤਾਂ ਤੁਹਾਡੇ ਪਿਤਾ ਕੋਲ ਜਿਹੜਾ ਸਵਰਗ ਵਿੱਚ ਹੈ ਤੁਹਾਡਾ ਕੋਈ ਫਲ ਨਹੀਂ। ਕਈ ਲੋਕ ਜਦੋਂ ਦਾਨ ਦਿੰਦੇ ਆ ਦਿਖਾ ਕੇ ਦਿੰਦੇ ਆ। ਕਈ ਕਹਿੰਦੇ ਜੀ ਲਿਖੋ, ਇੱਥੇ ਇੱਕ ਬੜਾ ਪੱਥਰ ਲੈ ਕੇ ਉਹਦੇ ਤੇ ਲਿਖ ਦਿਓ ਫਲਾਣੇ ਨੇ ਇੰਨੇ ਦਿੱਤੇ ਆ। ਸਰਾਸਰ ਗਲਤ। ਔਰ ਇਸ ਦਾ ਬਾਈਬਲ ਦੱਸਦੀ ਹੈ ਤੁਸੀਂ ਫਲ ਪਾ ਚੁੱਕੇ ਹੋ। ਦੇਣਾ ਕਿੱਦਾਂ? ਪਹਿਲੀ ਗੱਲ, ਅਸੀਂ ਦਿੱਤਾ ਹੈ ਜੋ ਤੁਹਾਡੇ ਦਿਲ ਦੇ ਵਿੱਚ ਆਵੇ ਉਹ ਦੇਣਾ। ਦੂਸਰਾ, ਦੇਣਾ ਕਿੱਦਾਂ? ਅਸੀਂ ਖੁਸ਼ੀ ਦੇ ਨਾਲ ਦੇਣਾ ਹੈ। ਤੀਸਰਾ, ਇੱਥੇ ਦੇਣਾ ਕਿੱਦਾਂ? ਕਿਸੇ ਨੂੰ ਦਿਖਾ ਕੇ ਨਹੀਂ ਦੇਣਾ, ਮੈਂ ਜੀ ਇੰਨਾ ਕਰ ਰਿਹਾ, ਮੈਂ ਇੰਨਾ ਕਰ ਦਿੱਤਾ ਹੈ। ਬਾਈਬਲ ਦੇ ਵਿੱਚ ਇਸ ਦੇ ਬਾਰੇ ਪ੍ਰਭੂ ਕੀ ਕਹਿੰਦਾ ਹੈ? ਕਹਿੰਦਾ, ਸੋ ਜਦ ਤੂੰ ਦਾਨ ਕਰੇ ਤਾਂ ਆਪਣੇ ਮੋਹਰੇ ਤੁਰਹੀ ਨਾ ਵਜਾ, ਜਿਸ ਤਰ੍ਹਾਂ ਕਪਟੀ ਸਮਾਜਾਂ ਅਤੇ ਰਾਸਤਿਆਂ ਵਿੱਚ ਕਰਦੇ ਹਨ, ਭਾਈ ਲੋਕ ਉਹਨਾਂ ਦੀ ਵਡਿਆਈ ਕਰਨ। ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਆਪਣਾ ਫਲ ਪਾ ਚੁੱਕੇ ਹਨ। ਬੜਾ ਸਾਫ਼ ਤੌਰ ਤੇ ਲਿਖਿਆ। ਸਾਨੂੰ ਰਾਸਤੇ ਦੇ ਵਿੱਚ ਕਈ ਲੋਕ ਕਹਿੰਦੇ ਆ ਲੈ ਭਾਈ ਤੇਰੇ ਲਈ। ਮੈਂ ਏਦਾਂ ਦਾ ਦਾਨ ਕਦੇ ਲੈਂਦਾ ਹੀ ਨਹੀਂ। ਕਈ ਲੋਕ ਆਪਣਾ ਘਰ ਦੇ ਵਿੱਚ ਆ ਲਓ, ਜਦੋਂ ਏਦਾਂ, ਤਾਂ ਵੀ ਮੈਂ ਲੈਂਦਾ ਨਹੀਂ। ਕਈ ਲੋਕ ਮੈਨੂੰ ਘਰਾਂ ਦੇ ਵਿੱਚ ਬੁਲਾਉਂਦੇ ਆ, ਭਾਈ ਸਾਡੇ ਲਈ ਪ੍ਰਾਰਥਨਾ ਕਰ ਜੋ, ਸਾਨੂੰ ਵਚਨ ਦੀ ਸਿੱਖਿਆ ਦੇ। ਜਦੋਂ ਮੈਂ ਉਹਨਾਂ ਦੇ ਘਰ ਜਾਂਦਾ ਹਾਂ, ਅਨਬਲੀਵਰ, ਜਦੋਂ ਮੈਨੂੰ ਕਹਿੰਦੇ ਆ ਤੁਹਾਡੇ ਲਈ ਪੈਟਰੋਲ ਦਾ ਖਰਚਾ, ਮੈਂ ਕਿਹਾ ਮੈਂ ਲੈਣਾ ਹੀ ਨਹੀਂ। ਕਿਉਂ? ਕਿਉਂਕਿ ਮੈਨੂੰ ਪਰਮੇਸ਼ਵਰ ਨੇ ਵਿਸ਼ਵਾਸ ਸੰਗਤ ਦੇ ਵਿੱਚ ਵਿਸ਼ਵਾਸੀਆਂ ਕੋਲ ਲੈਣ ਦੇ ਲਈ ਆਖਿਆ। ਉਹਨਾਂ ਕੋਲ ਮੈਂ ਲੈ ਸਕਦਾ, ਅਨਬਲੀਵਰ ਤੋਂ ਮੈਂ ਨਹੀਂ ਲੈ ਸਕਦਾ, ਕਿਉਂਕਿ ਉਸ ਦੀ ਕਮਾਈ ਦੇ ਬਾਰੇ ਮੈਂ ਨਹੀਂ ਜਾਣਦਾ। ਵਿਸ਼ਵਾਸੀ ਪਰਮੇਸ਼ਵਰ ਦੇ ਵਿੱਚ ਪਵਿੱਤਰ ਹੈ, ਪਰਮੇਸ਼ਵਰ ਦੇ ਵਿੱਚ ਚੁਣਿਆ ਹੋਇਆ ਹੈ, ਪਰਮੇਸ਼ਵਰ ਦੇ ਵਿੱਚ ਇਮਾਨਦਾਰੀ ਦੇ ਨਾਲ ਕੰਮ ਕਰਕੇ ਉਹ ਦੇ ਰਿਹਾ। ਕਿਉਂਕਿ ਤੁਸੀਂ ਕਹਿੰਦਾ ਜੋ ਤੈਅ ਸਾਨੂੰ ਦਿੱਤਾ ਉਹਦੇ ਵਿੱਚ ਅਸੀਂ ਦੇ ਰਹੇ ਹਾਂ। ਇਹਦਾ ਮਤਲਬ ਪਵਿੱਤਰ ਹੈ। ਜੋ ਤੁਸੀਂ ਦੇ ਰਹੇ ਹੋ ਪਵਿੱਤਰਤਾ ਦੇ ਨਾਲ ਦੇ ਰਹੇ, ਔਰ ਉਸ ਦਾ ਪ੍ਰਤੀਫਲ ਪਵਿੱਤਰਤਾ ਦੇ ਨਾਲ ਪਰਮੇਸ਼ਰ ਤੁਹਾਨੂੰ ਦੇਵੇਗਾ। ਇੱਥੇ ਸਾਫ਼ ਰੀਤੀ ਨਾਲ ਲਿਖਿਆ। ਜੇ ਤੁਸੀਂ ਦਿਖਾ ਕੇ ਦੇ ਰਹੇ ਹੋ, ਤੁਸੀਂ ਦੱਸ ਰਹੇ ਹੋ, ਉਹਦੇ ਫਲ ਦੀ ਇੱਛਾ ਨਾ ਰੱਖੋ ਕਿ ਮੈਨੂੰ ਫਲ ਮਿਲੇਗਾ, ਔਰ ਪਰਮੇਸ਼ਰ ਉਸ ਤੋਂ ਖੁਸ਼ ਹੋਵੇਗਾ। ਨਥਿੰਗ ਐਲਸ। ਕਦੇ ਵੀ ਉਹਦੇ 'ਚ ਖੁਸ਼ ਨਹੀਂ ਹੋਵੇਗਾ। ਬਾਈਬਲ ਦੇ ਵਿੱਚ ਇਸੇ ਦਾਨ ਦੇ ਦੇਣ ਦੀ ਗੱਲ ਕਿਸ ਤਰ੍ਹਾਂ ਕੀਤੀ ਹੈ? ਕਹਿੰਦਾ, ਪਰ ਜਾ ਤੂੰ ਦਾਨ ਕਰੇ ਤਾਂ ਜੋ ਕੁਝ ਤੇਰਾ ਸੱਜਾ ਹੱਥ ਕਰਦਾ ਹੈ ਤੇਰਾ ਖੱਬਾ ਹੱਥ ਨਾ। ਮਤਲਬ ਮੁੱਠੀ ਇਦਾਂ ਦੀ ਬੰਦ ਹੋਣੀ ਚਾਹੀਦੀ ਹੈ, ਇਹਦੇ 'ਚ ਪਤਾ ਨਾ ਲੱਗੇ ਕਿ ਹੈ ਕੀ ਹੈ। ਮੈਂ ਇੱਕ ਵਾਰ ਸਾਊਥ ਕੇਰਲਾ ਦੇ ਵਿੱਚ ਗਿਆ, ਪ੍ਰੈਕਟੀਕਲ ਗੱਲਾਂ ਦੱਸ ਰਿਹਾ। ਮੈਂ ਸਾਊਥ ਕੇਰਲਾ ਦੇ ਵਿੱਚ ਗਿਆ। ਉੱਥੇ ਦੇ ਲੋਕ ਪ੍ਰਭੂ ਦੇ ਵਚਨ ਦੇ ਨਾਲ ਬਹੁਤ ਜ਼ਿਆਦਾ ਗੂੜਾ ਪਿਆਰ ਰੱਖਣ ਵਾਲੇ ਲੋਕ ਹੈ, ਔਰ ਉਦਾਂ ਉਹ ਕਰਦੇ ਵੀ ਹੈ, ਚੱਲਦੇ ਵੀ ਹੈ। ਔਰ ਮੈਂ ਵੇਖਿਆ ਉਹਨਾਂ ਵਿੱਚ, ਔਰ ਉਹੀ ਵੇਸ ਚੱਕ ਕੇ ਮੈਂ ਇੱਥੇ ਆਪਣੀ ਕਲੀਸਿਆ ਦੇ ਵਿੱਚ ਲਿਆਂਦਾ ਕਿ ਨਹੀਂ,
ਭਾਈ ਭਗਤੀ ਤਾਂ ਸੱਚਮੁੱਚ ਉਹਨਾਂ ਲੋਕਾਂ ਦੇ ਵਿੱਚ ਹੈ। ਉਹਨਾਂ ਲੋਕਾਂ ਦੇ ਵਿੱਚ ਪ੍ਰਭੂ ਦੇ ਵਚਨ ਦਾ ਖੌਫ ਹੈ, ਡਰ ਹੈ। ਪਰ ਸਾਡੇ ਇੱਥੇ ਡਰ ਨਹੀਂ। ਮੈਂ ਜਦੋਂ ਉੱਥੇ ਉਸ ਜਗ੍ਹਾ ਦੇ ਉੱਤੇ ਗਿਆ, ਹੋਰ ਬ੍ਰਦਰ ਕਿੱਦਾਂ, ਠੀਕ ਹੋ? ਮੇਰਾ ਜਦੋਂ ਕੰਨ ਦਾ ਆਪਰੇਸ਼ਨ ਹੋਇਆ ਸੀ, ਕੰਨ ਦੇ ਆਪਰੇਸ਼ਨ ਤੋਂ ਬਾਅਦ ਮੈਂ ਉਸ ਜਗ੍ਹਾ ਦੇ ਉੱਤੇ ਗਿਆ ਸੀ। 2009 ਦੀ ਗੱਲ ਹੈ। ਔਰ ਮੇਰੇ ਜਿੰਨੇ ਵੀ ਆਪਣਾ ਰਿਲੇਸ਼ਨਸ਼ਿਪ, ਕਿਉਂਕਿ ਮੈਂ ਕੇਰਲਾ ਤੋਂ ਮੈਰਿਡ ਹੋਇਆ, ਔਰ ਉੱਥੇ ਜਿਹੜੇ ਰਿਲੇਸ਼ਨਸ਼ਿਪ ਸੀ ਉਹਨਾਂ ਨੇ ਮੈਨੂੰ ਸੱਦਿਆ ਸੀ, ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤੁਹਾਨੂੰ ਦੇਖਣਾ ਚਾਹੁੰਦੇ ਹਾਂ। ਮੈਂ ਜਦੋਂ ਗਿਆ ਔਰ ਉੱਥੇ ਉਹਨਾਂ ਲੋਕਾਂ ਦੇ ਨਾਲ ਮਿਲਿਆ, ਉਹਨਾਂ ਨੇ ਆਪਣਾ ਪ੍ਰੇਮ, ਪਰਮੇਸ਼ਰ ਦਾ ਪ੍ਰੇਮ ਦੇਣ ਦੇ ਨਾਲ ਕਿਸ ਤਰ੍ਹਾਂ ਦਿਖਾਇਆ, ਉਹ ਮੈਂ ਆਪ ਨੂੰ ਦੱਸਣਾ ਚਾਹੁੰਦਾ। ਜਦੋਂ ਮੈਂ ਉੱਥੇ ਪਹੁੰਚਿਆ, ਹੋਰ ਬ੍ਰਦਰ ਕਿੱਦਾਂ, ਇੱਥੇ ਕਿੱਦਾਂ ਹੈ? ਮੈਂ ਕਿਹਾ ਇੱਥੇ ਆਪਣਾ ਮੈਨੂੰ ਇਹ ਚੈਕਿੰਗ ਦੇ ਲਈ ਲੈ ਕੇ ਆਏ ਆ, ਇਹਨਾਂ ਦਾ ਆਪਣਾ ਹਸਪੀਟਲ ਹੈ, ਇਸ ਕਰਕੇ ਇਹਨਾਂ ਨੇ ਕਿਹਾ ਕਿ ਅਸੀਂ ਤੈਨੂੰ ਇੱਥੇ ਦਿਖਾਣਾ। ਓਕੇ ਓਕੇ ਬ੍ਰਦਰ। ਉਹਨਾਂ ਨੇ ਆਪਣਾ ਐਡਾ ਲਿਫਾਫਾ ਕੱਢਿਆ, ਮੈਨੂੰ ਨਹੀਂ ਪਤਾ, ਪਹਿਲਾਂ ਹੀ ਪ੍ਰਪੇਰਿਆ ਕਿੰਨਾ, ਉਹ ਮੇਰੀ ਜੇਬ ਦੇ ਵਿੱਚ ਪਾ ਕੇ, ਮੈਨੂੰ ਨਹੀਂ ਪਤਾ ਲੱਗਾ। ਜਸਟ ਮੇਰੀ ਥਿੰਕ ਕੀ ਸੀ, ਮੇਰਾ ਵਿਸ਼ਵਾਸ ਕੀ ਸੀ, ਕਿਉਂਕਿ ਮੈਂ ਤਾਂ ਨੌਰਥ ਦੇ ਵਿੱਚੋਂ ਆਇਆ ਔਰ ਇੱਥੇ ਮੈਨੂੰ ਪਤਾ ਸੀ ਇੱਥੇ ਕਲੀਸਿਆ ਦੇ ਲੋਕ ਕਿਸ ਤਰ੍ਹਾਂ ਵਰਤਦੇ ਆ, ਬਾਹਰ ਦੇ ਲੋਕ ਕਿਸ ਤਰ੍ਹਾਂ ਵਰਤਦੇ ਆ, ਉਹ ਸਾਰਾ ਪਤਾ ਸੀ। ਮੈਂ ਜਸਟ ਇਹੀ ਸੋਚਿਆ ਕੋਈ ਨਹੀਂ, ਛੋਟੀ ਆਪਣਾ ਰਕਮ ਹੈ, ਚਾਹੇ ਆਪਣਾ ਇੱਥੇ ਵਿਧਵਾ ਦੇ ਦਿੱਤੇ ਹੋਏ ਦਾਨ ਨੂੰ ਪ੍ਰਭੂ ਨੇ ਸਰਾਹ, ਚਾਹੇ ਉਹਨਾਂ ਨੇ ਕੁਝ ਵੀ ਦਿੱਤਾ, ਇੱਕ ਨਿੱਕਾ ਪੈਸਾ ਵੀ ਦਿੱਤਾ, ਉਹ ਪ੍ਰਭੂ ਦੀ ਮਹਿਮਾ ਦੇ ਲਈ। ਉਹ ਬੜਾ ਖੁਸ਼ੀ ਦੇ ਨਾਲ, ਹਰਸ਼ ਦੇ ਨਾਲ ਉੱਥੋਂ ਦੇ ਕੇ ਉਸੇ ਵੇਲੇ ਚਲਾ ਗਿਆ। ਮੈਂ ਨਹੀਂ ਇਸ ਗੱਲ ਨੂੰ ਸਮਝਿਆ, ਪਰ ਉਹਨਾਂ ਨੇ ਆਪਣਾ ਪ੍ਰੇਮ ਮੈਨੂੰ ਦਿਖਾ ਲਿਆ ਔਰ ਉਹ ਪ੍ਰੇਮ ਇੰਨਾ ਵੱਡਾ ਸੀ, ਮੈਂ ਸਮਝ ਨਹੀਂ ਸਕਦਾ। ਔਰ ਮੈਂ ਜਦੋਂ ਭਾਈ ਨੂੰ ਪੁੱਛਿਆ, ਮੈਂ ਕਿਹਾ ਕੌਣ ਹੈ? ਕਹਿੰਦਾ ਜੀ ਇਹ ਆਟੋ ਚਲਾਉਂਦਾ, ਇੱਥੇ ਸਾਡੀ ਅਸੈਂਬਲੀ ਦਾ ਬੰਦਾ ਹੈ। ਔਰ ਜਦੋਂ ਮੈਂ ਇਸ ਚੀਜ਼ ਦੇ ਬਾਰੇ ਸੋਚਿਆ, ਇੱਕ ਆਟੋ ਚਲਾਉਣ ਵਾਲਾ ਬੰਦਾ ਇਸ ਤਰ੍ਹਾਂ ਕਰ ਰਿਹਾ, ਤਾਂ ਉਸ ਆਟੋ ਚਲਾਉਣ ਵਾਲੇ ਨੇ ਦਿੱਤਾ ਕੀ ਹੈ? ਦੱਸਣਾ ਨਹੀਂ ਚਾਹੀਦਾ, ਪਰ ਮੈਂ ਇਸ ਵੇਲੇ ਆਪ ਨੂੰ ਦੱਸ ਰਿਹਾ, ਮੇਰੀ ਸਮਝ ਤੋਂ ਔਰ ਮੇਰੀ ਸੋਚ ਤੋਂ ਬਾਅਦ 10,000। ਇੰਨਾ ਵੱਡਾ ਦਿਲ, ਮੈਂ ਹੈਰਾਨ ਹੋ ਗਿਆ। ਔਰ ਉਸ ਬੰਦੇ ਨੇ ਮੈਨੂੰ ਇਹ ਦੱਸਿਆ ਕਿ ਮੈਂ ਪ੍ਰਭੂ ਦੇ ਲੋਕਾਂ ਦੇ ਲਈ ਹਮੇਸ਼ਾ ਖੁੱਲਾ ਦਿਲ ਦਾ ਰਹਿੰਦਾ। ਇੱਕ ਇਹ ਘਟਨਾ ਘਟੀ ਹੈ। ਇੱਕ ਜਦੋਂ ਮੈਂ ਉੱਥੇ ਚਰਚ 'ਚ ਅਸੈਂਬਲੀ ਦੇ ਵਿੱਚ ਬੈਠਾ ਸਾਂ, ਤਾਂ ਉਹ ਦੇ ਰਹੇ ਆ ਪਰਮੇਸ਼ਰ ਨੂੰ। ਕਿੱਦਾਂ ਦੇ ਰਹੇ ਆ? ਜਦੋਂ ਆਫਰਿੰਗ ਹੁੰਦੀ ਹੈ ਕਿੱਦਾਂ ਦੇ ਰਹੇ? ਉਹਨਾਂ ਨੇ ਇੱਕ ਬੰਦੇ ਨੇ ਪਰਸ ਕੱਢਿਆ, ਆਪਣੇ ਬੱਚੇ ਨੂੰ ਪਰਸ ਦੇ ਦਿੱਤਾ, ਉਹਨੇ ਆਪਣਾ ਕਿੰਨੇ ਪੈਸੇ ਖਿੱਚੇ, ਵਿੱਚ ਝੋਲੀ 'ਚ ਪਾਤੇ, ਦੂਸਰੇ ਪਾਸੇ ਦੂਸਰੇ ਬੇਟੇ ਨੇ ਖਿੱਚਿਆ, ਉਹਨੇ ਵਿੱਚ ਪਾਤੇ, ਔਰ ਉਹ ਤੋਂ ਬਾਅਦ ਉਹਨੇ ਆਪਣਾ ਹੱਥ ਪਾਇਆ, ਦੇ ਦਿੱਤਾ। ਮੈਂ ਬੜਾ ਵੰਡਰ ਹੋ ਗਿਆ। ਇੱਥੇ ਮੈਂ ਕਿਹਾ ਜਦੋਂ ਆਫਰਿੰਗ ਸਾਡੇ ਕੋਲ ਆਉਂਦੀ ਆ, ਅਸੀਂ ਦੇਖਦੇ ਹਾਂ 10 ਹੈ, 20 ਹੈ, ਕਿੰਨੇ ਹੈ, 50 ਹੈ, 100 ਹੈ, 200 ਹੈ, 1000 ਹੈ, ਅਸੀਂ ਇਹ ਸੋਚਦੇ ਹਾਂ, ਪਰ ਉਹਨਾਂ ਦੀ ਸੋਚ ਨਹੀਂ। ਮੈਂ ਸਮਝ ਗਿਆ ਕਿ ਹਰਸ਼ ਨਾਲ ਦੇਣਾ, ਖੁਸ਼ੀ ਦੇ ਨਾਲ ਦੇਣਾ ਕੀ ਹੈ। ਇੱਕ ਵਿਅਕਤੀ ਬੜਾ ਸਧਾਰਨ ਰੀਤੀ ਦੇ ਨਾਲ, ਉਸਨੇ ਲੁੰਗੀ ਪਾਈ ਹੋਈ ਸੀ, ਲੁੰਗੀ ਧੋਤੀ ਕਹਿ ਸਕਦੇ ਹਾਂ, ਔਰ ਸਧਾਰਨ ਕਮੀਜ਼ ਪਾਈ ਹੋਈ ਸੀ। ਉਹ ਘਰ ਦੇ ਵਿੱਚ ਬਾਹਰ ਚਰਚ ਜਿੱਦਾਂ ਹੀ ਖਤਮ ਹੋਇਆ, ਉਹਨੇ ਕਿਹਾ ਬ੍ਰਦਰ ਤੁਸੀਂ ਉਹਦੇ ਨਾਲ ਜਾਣਾ। ਮੈਂ ਆਪਣੇ ਮਨ 'ਚ ਸੋਚਿਆ ਯਾਰ ਬੜਾ ਸਧਾਰਨ ਜਿਹਾ ਬੰਦਾ ਹੈ, ਕਿੱਥੇ ਮੈਂ, ਇੱਥੇ ਹੋਰ ਵੀ ਬਹੁਤ ਬੰਦੇ ਬੈਠੇ ਆ, ਬੜੇ ਹਾਈ ਫਾਈ ਬੰਦੇ ਬੈਠੇ, ਪਰ ਉਹ ਬੰਦਾ ਆਇਆ ਬਾਹਰ ਆ ਕੇ, ਇੱਕ ਗੱਡੀ ਮਰਸੀਡੀਜ਼ ਖੜੀ ਹੋਈ, ਕਹਿੰਦਾ ਬ੍ਰਦਰ ਆਪ ਬੈਠੋ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਯਾਰ ਇਹਦੇ ਪੈਸੇ ਕਿੱਦਾਂ ਦਊਂਗਾ, ਇਹ ਤਾਂ ਬੜਾ ਸਧਾਰਨ ਜਿਹਾ। ਉਹ ਆਪਣਾ ਗੱਡੀ 5 ਸਟਾਰ ਹੋਟਲ ਦੇ ਮੂਹਰੇ ਜਾ ਕੇ ਰੁਕੀ। ਉਹ ਮੈਨੂੰ ਫਟਾਫਟ ਉਸ ਹੋਟਲ ਦੇ ਵਿੱਚ, ਮੈਂ ਤੇ ਮੇਰੀ ਮਿਸਿਸ ਔਰ ਬੇਟੀ, ਅਸੀਂ ਉਸ ਹੋਟਲ ਦੇ ਵਿੱਚ ਚਲੇ ਗਏ। ਔਰ ਉੱਥੇ ਇਸ ਤਰ੍ਹਾਂ ਪਲੇਟਾਂ ਰੱਖੀਆਂ, ਹਰ ਇੱਕ ਕੰਟਰੀ ਦਾ, ਹਰ ਇੱਕ ਦੇਸ਼ ਦਾ ਖਾਣਾ ਉੱਥੇ ਪਿਆ ਹੈ, ਤੁਸੀਂ ਜਿਹੜਾ ਖਾਣਾ ਚਾਹੁੰਦੇ ਖਾਓ। ਉਹਨੇ ਕਿਹਾ ਬ੍ਰਦਰ ਯੂ ਫਸਟ ਈਟ। ਮੈਂ ਸਮਝ ਨਹੀਂ ਆਵੇ ਮੈਨੂੰ, ਮੈਂ ਕਰਾਂ ਕੀ, ਕਿੱਦਾਂ? ਉਹ ਮੇਰਾ ਆਦਰ ਕਰ ਰਿਹਾ, ਮਤਲਬ ਕਿ ਪਰਮੇਸ਼ਰ ਦੇ ਵਿੱਚ ਖੁਸ਼ੀ ਦੇ ਨਾਲ ਪਰਮੇਸ਼ਰ ਦੇ ਦਾਸ ਦਾ ਆਦਰ ਸਤਿਕਾਰ ਦੇਣਾ, ਉੱਥੇ ਮੈਂ ਸਿੱਖ ਰਿਹਾ ਸੀ।
ਔਰ ਉਸ ਦੇ ਨਾਲ ਇੱਕ ਹੋਰ ਉਹਨਾਂ ਨੇ ਘਟਨਾ ਕੀਤੀ। ਉਹ ਵਿਅਕਤੀ ਜੋ ਆਪਣਾ ਲੈ ਕੇ ਗਿਆ, ਉੱਥੋਂ ਨਾਲ ਹੀ ਲਿਫਟ ਦੇ ਵਿੱਚ ਮੈਨੂੰ ਆਪਣੇ ਘਰ ਲੈ ਗਏ। ਮੈਂ ਬੜਾ ਹੈਰਾਨ ਹੋਇਆ। ਮੈਂ ਸੋਚੀ ਗਿਆ ਇਹ ਇੱਕ ਕਮੀਜ਼ ਸਧਾਰਨ ਜੀ ਇੱਕ ਲੂੰਗੀ ਪਾਈ ਹੈ, ਕੀ ਹੈ। ਜਦੋਂ ਉਹਦੇ ਘਰ ਗਿਆ ਉਹਨੇ ਮੈਨੂੰ ਦੱਸਿਆ, ਕਹਿੰਦਾ ਬ੍ਰਦਰ ਗਲਫ ਦੇ ਵਿੱਚ ਮੇਰੇ 17 ਹੋਟਲ ਹੈ ਔਰ ਇੱਥੇ ਮੇਰੇ ਆਪਣਾ 2 ਹੋਟਲ ਹੈ। ਮੇਰੇ ਜੀਵਨ ਅਤੇ ਮੇਰੇ ਜੀਵਨ ਦੀ ਪੂੰਜੀ ਜਿਹੜੇ ਪ੍ਰਭੂ ਦੇ ਸੇਵਕ ਹੈ, ਸੇਵਾ ਕਰਦੇ ਆ, ਉਹਨਾਂ ਦੇ ਲਈ ਮੈਂ ਲੁਟਾਉਂਦਾ ਔਰ ਜਿੰਨਾ ਲੁਟਾਉਂਦਾ ਉਹਨਾਂ ਪਰਮੇਸ਼ਰ ਮੈਨੂੰ ਦੇ ਰਿਹਾ। ਵੰਡਰਸ। ਔਰ ਮੈਂ ਆਪਣੀ ਸੋਚ ਨੂੰ ਉੱਥੇ ਬਹੁਤ ਛੋਟਾ ਅਤੇ ਬਹੁਤ ਨੀਵਾਂ ਸਮਝਿਆ ਕਿ ਦੇਖੋ ਸਾਡੇ ਨਾਲੋਂ ਵੀ ਉੱਚੇ ਅਤੇ ਵੱਡੇ ਲੋਕ ਜਿਹੜੇ ਇੰਨੇ ਹਾਈ ਫਾਈ ਬਿਲਕੁਲ ਸਧਾਰਨ ਤਰੀਕੇ ਦੇ ਨਾਲ ਉੱਥੇ ਬੈਠੇ ਹੋਏ ਸੀ। ਫਿਰ ਇੱਕ ਹੋਰ ਭਰਾ ਮੈਨੂੰ ਗਲਫ ਦਾ ਮਿਲਿਆ, ਯੂਏ ਦਾ। ਉਹਨੇ ਕਿਹਾ ਬ੍ਰਦਰ ਕੀ ਹਾਲ ਹੈ? ਮੈਂ ਕਿਹਾ ਬਹੁਤ ਅੱਛਾ ਹੈ। ਕਿੱਦਾਂ ਤੁਹਾਡੇ ਆਪਣਾ ਸੁਣਿਆ ਤੁਹਾਡੇ ਆਪਣਾ ਸਮੱਸਿਆ ਬਹੁਤ ਆਈ, ਤੁਹਾਡੇ ਆਪਰੇਸ਼ਨ ਹੋਇਆ? ਮੈਂ ਕਿਹਾ ਹਾਂਜੀ। ਅੱਛਾ ਠੀਕ ਹੈ, ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ ਔਰ ਅਸੀਂ ਉੱਥੇ ਵੀ ਤੁਹਾਡੇ ਲਈ ਪ੍ਰਾਰਥਨਾ ਕਰ ਰਹੇ ਹਾਂ ਗਲਫ ਦੇ ਵਿੱਚ। ਮੈਂ ਕਿਹਾ ਥੈਂਕ ਯੂ ਸੋ ਮਚ। ਉਹਨਾਂ ਨੇ ਦੱਸਿਆ ਕਿ ਜਦੋਂ ਸਾਡਾ ਕੰਮ ਖਤਮ ਹੁੰਦਾ ਹੈ, ਦੇਖੋ ਬੜਾ ਇੰਜੀਨੀਅਰ ਸੀ, ਔਰ ਉਹਨੇ ਕਿਹਾ ਜਦੋਂ ਖਤਮ ਹੁੰਦਾ ਹੈ ਅਸੀਂ ਆਪਣਾ ਗੱਡੀ ਦੇ ਵਿੱਚ ਬੈਗ ਪਾ ਕੇ ਬਾਹਰ ਨਿਕਲ ਜਾਂਦੇ। ਜਿਹੜੇ ਬੋਤਲਾਂ ਦੇ ਢੱਕਣ ਹੁੰਦੇ ਨਾ, ਢੱਕਣ ਜਾਂ ਜਿਹੜੇ ਆਪਣਾ ਅਸੀਂ ਪੈਪਸੀ ਵਗੈਰਾ ਦੀਆਂ ਬੋਤਲਾਂ ਪੀ ਕੇ ਆਪਣਾ ਸੁੱਟ ਦਿੰਦੇ ਆ, ਕਹਿੰਦਾ ਉਹ ਸਾਰੀਆਂ ਚੱਕ ਕੇ ਅਸੀਂ ਕਵਾੜ ਦੇ ਵਿੱਚ ਜਾ ਕੇ ਦੇ ਕੇ ਜੋ ਪੈਸਾ ਸਾਨੂੰ ਮਿਲਦਾ ਉਹ ਪੈਸਾ ਅਸੀਂ ਪ੍ਰਭੂ ਦੇ ਸੇਵਕਾਂ ਨੂੰ ਭੇਜਦੇ ਹਾਂ। ਵੰਡਰਸ ਗਲੋਰੀਅਸ ਵਰਕ, ਖੁਸ਼ੀ ਦੇ ਨਾਲ ਦੇਣਾ ਮੈਂ ਉਹਨਾਂ ਭਰਾਵਾਂ ਦੇ ਕੋਲੋਂ ਸਿੱਖਿਆ। ਉਹਨਾਂ ਨੇ ਮੈਨੂੰ ਦੱਸਿਆ ਖੁਸ਼ੀ ਨਾਲ। ਇੱਥੇ ਪ੍ਰਭੂ ਕਹਿੰਦਾ ਜਦੋਂ ਤੂੰ ਦੇਵੇ ਤਾਂ ਤੇਰੇ ਸੱਜੇ ਹੱਥ ਨੂੰ ਪਤਾ ਨਾ ਲੱਗੇ। ਇਹ ਸਾਡੇ ਵਿੱਚ ਹੋਣਾ ਨਹੀਂ ਚਾਹੀਦਾ। ਤੁਸੀਂ ਦੇਤਾ ਖੁਸ਼ੀ ਦੇ ਨਾਲ ਦੇਤਾ। ਔਰ ਉਸ ਤੋਂ ਉਪਰੰਤ ਉਹ ਕੀ ਕਹਿੰਦਾ ਹੈ, ਦੇਣ ਤੋਂ ਬਾਅਦ ਅਗਲੀ ਗੱਲ ਉਹ ਕੀ ਕਹਿੰਦਾ, ਮੈਂ ਇੱਕ ਵਚਨ ਐਗਜ਼ਾਮਪਲ ਦੇ ਤੌਰ ਤੇ ਦੇਣਾ ਚਾਹੁੰਦਾ ਹਾਂ। ਉਤਪਤ ਦੀ ਪੁਸਤਕ ਉਸ ਦਾ 18 ਅਧਿਆਏ 1 ਤੋਂ ਲੈ ਕੇ ਜੇ ਅਸੀਂ 14 ਤੱਕ ਪੜ੍ਹੀਏ, ਅਬਰਾਹਮ ਨੇ ਉਹਦੇ ਕੋਲ 3 ਵਿਅਕਤੀ ਆਏ, ਉਹਨਾਂ ਦੀ ਇੰਨੀ ਸੇਵਾ ਕੀਤੀ ਉਹਨੇ ਖੁਸ਼ੀ ਦੇ ਨਾਲ। ਉਹ ਜਾਣ ਲੱਗਿਆ ਉਸ ਨੂੰ ਆਸ਼ੀਸ਼ ਦੇ ਗਏ, ਤੇਰੇ ਘਰ ਪੁੱਤਰ ਹੋਵੇਗਾ। ਮਹਿਮਾਨ ਨਵਾਜੀ ਦੇ ਵਿੱਚ ਪ੍ਰਭੂ ਦੇ ਸੇਵਕਾਂ ਦਾ ਆਦਰ ਕਰਨਾ ਉਹ ਪਰਮੇਸ਼ਰ ਦੀ ਆਸ਼ੀਸ਼ ਦਾ ਕਾਰਨ ਹੁੰਦਾ ਹੈ। ਬਹੁਤੇ ਲੋਕ ਕਰਦੇ ਨਹੀਂ। ਕਈ ਵਾਰ ਮੈਂ ਕਈ ਘਰਾਂ ਦੇ ਵਿੱਚ ਜਾਂਦਾ ਜਾਂ ਕਿਤੇ ਜਾਂਦਾ, ਉਹ ਸੇਵਕ ਕੋਲ ਬੈਠਦੇ ਨਹੀਂ, ਕੋਈ ਇੱਧਰ ਨੂੰ ਨੱਠਿਆ ਕੋਈ ਇੱਧਰ ਨੂੰ ਨੱਠਿਆ। ਉਹ ਸਮਾਂ ਦੇਣਾ ਹੀ ਨਹੀਂ ਜਾਣਦੇ ਕਿ ਅਸੀਂ ਪ੍ਰਭੂ ਨੂੰ ਖੁਸ਼ੀ ਦੇ ਨਾਲ, ਪ੍ਰਭੂ ਦੇ ਸੇਵਕ ਨੂੰ ਜਾਂ ਪ੍ਰਭੂ ਦੇ ਲੋਕਾਂ ਦੇ ਨਾਲ ਸਮਾਂ ਕੱਢ ਕੇ ਉਹਦੇ ਨਾਲ ਗੱਲ ਕਰਨੀ, ਸਮਾਂ ਕੱਢ ਕੇ ਉਹਨਾਂ ਦੇ ਨਾਲ ਉਹਨਾਂ ਦੀ ਸੇਵਕਾਈ ਦੇ ਬਾਰੇ ਜਾਣਨਾ, ਸਮਾਂ ਕੱਢ ਕੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਦੁੱਖਾਂ ਦੇ ਵਿੱਚ ਸਾਂਝੀ ਹੋਣ। ਜਦੋਂ ਅਸੀਂ ਸਮਾਂ ਦਿੰਦੇ ਹਾਂ ਤਾਂ ਪਰਮੇਸ਼ਰ ਉਸ ਸਮੇਂ ਦਾ ਪ੍ਰਤੀਫਲ ਸਾਡੇ ਜੀਵਨ 'ਚ ਦਿੰਦਾ ਹੈ। ਜਿਵੇਂ ਅਬਰਾਹਮ ਦੇ ਜੀਵਨ ਦੇ ਵਿੱਚ ਪਰਮੇਸ਼ਰ ਨੇ ਜੋ ਉਸਨੇ ਅਣਜਾਣੇ ਦੇ ਵਿੱਚ ਸੇਵਾ ਕੀਤੀ ਉਸ ਦਾ ਪ੍ਰਤੀਫਲ ਉਹਨੂੰ ਦਿਆ। ਇਹਦਾ ਮਤਲਬ ਹੈ ਸਾਨੂੰ ਦੇਣਾ ਕਿਸ ਤਰ੍ਹਾਂ ਚਾਹੀਦਾ ਹੈ। ਪਹਿਲੀ ਗੱਲ ਜੋ ਸਾਡਾ ਦਿਲ ਕਹਿੰਦਾ ਹੈ ਉਸ ਤਰੀਕੇ ਨਾਲ, ਦੂਸਰੀ ਗੱਲ ਖੁਸ਼ੀ ਦੇ ਨਾਲ, ਤੀਸਰੀ ਗੱਲ ਪਵਿੱਤਰ ਮਨ ਦੇ ਨਾਲ, ਚੌਥੀ ਗੱਲ ਜੋ ਵੀ ਸਾਡੇ ਸਾਹਮਣੇ ਆਉਂਦਾ ਹੈ ਉਸ ਨੂੰ ਅਸੀਂ ਬੰਦ ਮੁੱਠੀ ਦੇ ਨਾਲ ਦੇਣਾ, ਤਾਂ ਕਿ ਪ੍ਰਭੂ ਦੀ ਮਹਿਮਾ ਮੇਰੇ ਜੀਵਨ ਦੇ ਵਿੱਚ ਹੋ ਸਕੇ। ਉਹ ਪ੍ਰਭੂ ਨੂੰ ਪਤਾ ਲੱਗੇ, ਮੈਨੂੰ ਜਾਂ ਤੀਸਰੇ ਨੂੰ ਨਾ ਪਤਾ ਲੱਗੇ। ਪ੍ਰਭੂ ਇਸ ਦਾਨ ਦੇ ਨਾਲ ਖੁਸ਼ ਹੁੰਦਾ ਹੈ ਔਰ ਇਸ ਦਾਨ ਦਾ ਪ੍ਰਤੀਫਲ ਦਿੰਦਾ ਹੈ। ਪ੍ਰਭੂ ਸਾਨੂੰ ਇਸ ਤਰ੍ਹਾਂ ਦਾਨ ਦੇਣ ਦੇ ਲਈ ਸਾਡੀ ਸਹਾਇਤਾ ਕਰੇ। ਜੈ ਮਸੀਹ ਦੀ।